students, how are you? Hope you all are doing good. ਤਾਂ ਆਪਣੀ ਜੋ ਸੀਰੀਜ਼ ਚੱਲ ਰਹੀ ਹੈ ਬੇਟਾ ਇੰਗਲਿਸ਼ ਗ੍ਰਾਮਰ ਮੇਡ ਈਜ਼ੀ, ਤਾਂ ਉਹਦੇ ਵਿੱਚ ਆਈ ਵੈਲਕਮ ਯੂ ਆਲ। ਤੇ ਅੱਜ ਦਾ ਆਪਣਾ ਟੌਪਿਕ ਰਹੇਗਾ ਬੇਟੇ ਵਰਬ। ਇੱਕ ਛੋਟਾ ਜਿਹਾ ਰੀਕੈਪ ਆਪਾਂ ਹੁਣ ਤੱਕ ਕਰ ਚੁੱਕੇ ਹਾਂਗੇ ਬੇਟੇ ਨਾਉਨ ਐਂਡ ਪ੍ਰੋਨਾਉਨ। ਤਾਂ ਅੱਜ ਦਾ ਆਪਣਾ ਟੌਪਿਕ ਹੈਗਾ ਬੇਟਾ verb, right? verb ਤਾਂ verb ਜਿਹੜਾ ਹੈ ਬੇਟੇ in the most simple terms, verb is an action word। ਜੇ ਆਪਾਂ ਬਿਲਕੁਲ ਸਿੰਪਲ ਵਰਡਸ ਦੇ ਵਿੱਚ ਕਹੀਏ ਕਿ ਵਰਬ ਹੈ ਕੀ, ਵਰਬ ਇਜ਼ ਐਕਸ਼ਨ ਵਰਡ। ਪੰਜਾਬੀ 'ਚ ਗੱਲ ਕਰੀਏ ਤਾਂ ਵਰਬ ਹੁੰਦਾ ਹੈਗਾ ਬੇਟੇ ਕਿਰਿਆ। ਤਾਂ ਕਿਰਿਆ ਕੀ ਹੋਈ ਬੇਟੇ? ਕੰਮ। ਸੋ ਵਾਟ ਐਵਰ ਐਕਸ਼ਨ ਵੀ ਡੂ, ਜੋ ਵੀ ਕੁਛ ਅਸੀਂ ਕਰਦੇ ਹਾਂਗੇ ਤਾਂ ਉਹਦੇ ਲਈ ਜਿਹੜਾ ਵਰਡ ਯੂਜ਼ ਕਰਦੇ ਹਾਂ ਅਸੀਂ, ਦੈਟ ਵਰਡ ਇਜ਼ ਕਾਲਡ ਬੇਟਾ ਵਰਬ। ਕਲੀਅਰ? ਤਾਂ ਦੇਖੋ ਇੱਕ ਵਾਰੀ ਰੀਕੈਪ, ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਹੈਗਾ ਬੇਟੇ ਕਿ ਜੇ ਨਾਲ ਦੀ ਨਾਲ ਚੀਜ਼ਾਂ ਚੱਲਣਗੀਆਂ ਨਾ ਤਾਂ ਤੁਹਾਨੂੰ ਜ਼ਿਆਦਾ ਈਜ਼ੀਲੀ ਸਮਝ ਆਏਗਾ। ਨਾਉਨ ਕੀ ਹੈ? ਵੀ ਆਰ ਡੂਇੰਗ ਵਰਡਸ। ਨਾਉਨ ਇਜ਼ ਅ ਵਰਡ। ਠੀਕ ਹੈ? ਕਿਹੜਾ ਵਰਡ ਹੈ ਬੇਟੇ? ਨੇਮਿੰਗ ਵਰਡ। ਠੀਕ ਹੈ, ਜਿੱਦੋਂ ਕਿਸੇ ਨੇਮ ਦਾ ਪਤਾ ਲੱਗਦਾ ਹੈਗਾ। ਠੀਕ ਹੈ, ਹੁਣ ਪ੍ਰੋਨਾਉਨ ਕੀ ਹੈਗਾ ਬੇਟੇ? ਪ੍ਰੋਨਾਉਨ ਫੇਰ ਇੱਕ ਵਰਡ ਹੈਗਾ। ਕਿਹੜਾ ਵਰਡ ਹੈਗਾ? ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਰਿਪਲੇਸਿੰਗ ਵਰਡ ਹੈ। ਠੀਕ ਹੈ, ਰਿਪਲੇਸਿੰਗ ਵਰਡ ਹੈ, ਇਹ ਰਿਪਲੇਸ ਕਰਦਾ ਹੈਗਾ। ਅੱਜ ਆਪਣਾ ਵਰਡ ਹੈ ਬੇਟਾ ਵਰਬ। ਵਰਬ ਵੀ ਕੀ ਹੈ? ਇੱਕ ਵਰਡ ਹੈ। ਹੁਣ ਮੈਂ ਯਾਦ ਕਰਾਵਾਂ ਤੁਹਾਨੂੰ ਵੈਰੀ ਫਸਟ ਚੈਪਟਰ ਜਿਹਦੇ ਵਿੱਚ ਆਪਾਂ ਕਹਿੰਦੇ ਹਾਂ ਕਲਾਸੀਫਿਕੇਸ਼ਨ ਆਫ ਵਰਡਸ। ਅਸੀਂ ਵਰਡਸ ਨੂੰ ਕਲਾਸੀਫਾਈ ਕਿੱਦਾਂ ਕਰਦੇ ਹਾਂਗੇ? ਉਹ ਵਰਡ ਜਿਹੜੇ ਕਿਸੇ ਚੀਜ਼ ਦਾ ਨੇਮ ਦੱਸਦੇ ਨੇਗੇ ਅਸੀਂ ਉਹਨੂੰ ਨਾਉਨ ਕਲਾਸ ਦੇ ਵਿੱਚ ਰੱਖ ਲੈਂਦੇ ਹਾਂ। ਜਿਹੜੇ ਵਰਡ ਕਿਸੇ ਨੂੰ ਨਾਉਨ ਨੂੰ ਰਿਪਲੇਸ ਕਰਦੇ ਨੇ ਉਹਨੂੰ ਅਸੀਂ ਕਹਿ ਦਿੰਦੇ ਹਾਂ ਪ੍ਰੋਨਾਉਨ। ਤੇ ਜਿਹੜੇ ਵਰਡ ਬੇਟੇ ਕਿਸੇ ਵੀ ਕੰਮ ਦੇ ਬਾਰੇ 'ਚ ਦੱਸਦੇ ਨੇਗੇ, ਐਕਸ਼ਨ ਦੇ ਬਾਰੇ 'ਚ ਦੱਸਦੇ ਨੇਗੇ, ਉਹਨਾਂ ਨੂੰ ਅਸੀਂ ਕਿਸ ਕੈਟੇਗਰੀ 'ਚ ਲਿਖਾਂਗੇ ਬੇਟੇ? ਵਰਬ ਦੇ ਵਿੱਚ। ਹੋਪ ਇੰਨਾ ਕੁ ਰੀਕੈਪ ਤੁਹਾਡੇ ਲਈ ਕਾਫੀ ਹੈਗਾ ਬੇਟੇ। ਵੀ ਆਰ ਡੂਇੰਗ ਪਾਰਟਸ ਆਫ ਸਪੀਚ, ਵੀ ਆਰ ਡੂਇੰਗ ਦ ਕਲਾਸੀਫਿਕੇਸ਼ਨ ਆਫ ਵਰਡਸ। ਆਪਾਂ ਵਰਡਸ ਨੂੰ ਕਲਾਸੀਫਾਈ ਕਰ ਰਹੇ ਹਾਂਗੇ। ਤਾਂ ਉਹਦੇ ਵਿੱਚ ਫਸਟ ਆਪਣਾ ਪਾਰਟ ਆਫ ਸਪੀਚ ਬਣਿਆ ਸੀਗਾ ਨਾਉਨ, ਸੈਕੰਡ ਇਜ਼ ਪ੍ਰੋਨਾਉਨ ਐਂਡ ਥਰਡ ਵਨ ਇਜ਼ ਵਰਬ। ਤੇ ਆਪਣਾ ਅੱਜ ਦਾ ਟੌਪਿਕ ਹੈਗਾ ਬੇਟੇ ਵਰਬ। So again I repeat, verb is a word that tells the action। ਹੁਣ ਇੱਕ ਕੰਪਲੀਟ ਡੈਫੀਨੇਸ਼ਨ ਨਹੀਂ ਹੈ। ਓਕੇ, ਇਹ ਆਪਾਂ ਕਹਿ ਸਕਦੇ ਹਾਂਗੇ ਕਿ ਆਪਣੀ 90% ਸਟੂਡੈਂਟਸ ਨੂੰ ਇਹ ਚੀਜ਼ ਬੜੇ ਆਰਾਮ ਨਾਲ ਸਮਝ ਆ ਜਾਂਦੀ ਹੈ ਕਿ ਵਰਬ ਕੀ ਹੈਗਾ। ਜਦੋਂ ਮੈਂ ਕਲਾਸ 'ਚ ਕਰਵਾਉਂਦੀ ਹਾਂ ਵਰਬ ਕੀ ਹੈ? ਐਕਸ਼ਨ। ਵਰਬ ਕੀ ਹੈ? ਕੰਮ। ਰਾਈਟ? ਬਟ ਇਹਦੀ ਕੰਪਲੀਟ ਹੈ ਬੇਟੇ ਵਰਬ ਇਜ਼ ਅ ਵਰਡ that is used, ਉਹ word ਹੈ ਬੇਟੇ ਜਿਹਨੂੰ use ਕੀਤਾ ਜਾਂਦਾ ਹੈ, that is used for an action or a state of being। ਹੁਣ ਤੁਹਾਡੇ ਲਈ ਇਹ word ਥੋੜੀ confusion create ਕਰੇਗਾ ਬੇਟੇ, ਕਿਉਂਕਿ action ਤਾਂ ਬੜੀ ਛੇਤੀ ਸਮਝ ਆ ਗਿਆ। action ਕੀ ਹੈਗਾ? ਕੰਮ। state of being ਕੀ ਹੈ? ਸਟੇਟ ਆਫ ਬੀਇੰਗ ਹੁੰਦਾ ਹੈਗਾ ਬੇਟੇ ਕਿਸੇ ਚੀਜ਼ ਦੀ ਹੋਂਦ ਜਿਹੜੀ ਹੈ, ਕਿਸੇ ਚੀਜ਼ ਦਾ ਹੋਣਾ। ਰਾਈਟ? ਉਹ ਕਿਸੇ ਚੀਜ਼ ਦਾ ਹੋਣਾ। ਹੁਣ ਜਿਹੜਾ ਕਿਸੇ ਵੀ ਚੀਜ਼ ਦਾ ਹੋਣਾ ਹੈਗਾ, ਠੀਕ ਹੈ, ਉਹ ਪ੍ਰੈਜ਼ੈਂਟ ਦੇ ਵਿੱਚ ਜਾਂ ਉਹ ਪਾਸਟ ਦੇ ਵਿੱਚ ਜਾਂ ਉਹ ਫਿਊਚਰ ਦੇ ਵਿੱਚ ਹੈ। ਲਓ, ਇਹਨੂੰ ਮੈਂ ਹੋਰ ਕਲੀਅਰ ਕਰਦੀ ਹਾਂਗੀ ਬੇਟੇ। ਇੱਥੇ ਆ ਕੇ ਥੋੜੀ ਜਿਹੀ ਕਨਫਿਊਜ਼ਨ ਤੁਹਾਨੂੰ ਲੱਗੀ ਹੋਏਗੀ ਕਿਉਂਕਿ ਵਰਬ ਐਕਸ਼ਨ ਵਰਡ ਹੈ। ਓਕੇ, ਦੈਟ ਇਜ਼ ਵੈਰੀ ਮਚ ਕਲੀਅਰ। ਵਰਬ ਦਾ ਮਤਲਬ ਕੀ ਹੈ? ਕਿਰਿਆ। ਕਿਰਿਆ ਦਾ ਮਤਲਬ ਕੀ ਹੈ? ਕੰਮ। ਬਟ ਇਹਦੀ ਡੈਫੀਨੇਸ਼ਨ ਕੰਪਲੀਟ ਹੁੰਦੀ ਹੈ ਬੇਟਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਐਕਸ਼ਨ ਔਰ ਅ ਸਟੇਟ ਆਫ ਬੀਇੰਗ। ਹੁਣ ਆਪਾਂ ਇਹਦੀ ਗੱਲ ਕਰਾਂਗੇ ਬੇਟੇ ਕਿ ਸਟੇਟ ਆਫ ਬੀਇੰਗ ਕੀ ਹੈ। ਦੇਖੋ, ਹੁਣ ਮੈਂ ਇੱਕ ਸੈਂਟੈਂਸ ਲਿਖਦੀ ਹਾਂ, ਆਈ ਐਮ ਅ ਟੀਚਰ। ਇੱਕ ਸੈਂਟੈਂਸ ਮੈਂ ਲਿਖਿਆ ਬੇਟੇ I was a teacher। ਇੱਕ ਸੈਂਟੈਂਸ ਮੈਂ ਲਿਖ ਰਹੀ ਹਾਂਗੀ ਬੇਟੇ ਜਿਸ 'ਚ ਮੈਂ ਲਿਖਾਂਗੀ I will be a teacher। ਰਾਈਟ? ਹੁਣ ਇਸ ਸੈਂਟੈਂਸ ਦੇ ਵਿੱਚ ਮੇਰਾ ਇੱਕ ਟੀਚਰ
आई एम अ टीचर, आई वॉज अ टीचर, आई विल बी अ टीचर। मेरी होंद की हैगी, ਹੋਣ ਦਾ ਮਤਲਬ ਕੀ ਹੈ? ਮੈਂ ਹਾਂ, ਮੇਰਾ ਹੋਣਾ, ਟੀਚਰ ਹੋਣਾ ਕਿਹੜੇ ਸਮੇਂ ਦੇ ਨਾਲ ਸੰਬੰਧਿਤ ਹੈ? ਤਾਂ ਜੇ ਐਮ ਹੈਗਾ ਤਾਂ ਬੇਟੇ ਇਹਦਾ ਮਤਲਬ ਮੈਂ ਪ੍ਰੈਜ਼ੈਂਟ ਦੀ ਗੱਲ ਕਰ ਰਹੀ ਹਾਂਗੀ। ਜੇ ਮੈਂ ਇੱਥੇ ਵਾਸ ਲਿਖਿਆ ਇਹਦਾ ਮਤਲਬ ਮੇਰੀ ਸਟੇਟ ਕੀ ਹੈਗੀ ਬੇਟੇ? ਸਟੇਟ ਆਫ ਮਾਈ ਬੀਇੰਗ ਅ ਟੀਚਰ ਇਜ਼ ਪਾਸਟ। ਜੇ ਮੈਂ ਵਿਲ ਬੀ ਲਿਖਿਆ ਤਾਂ ਮਾਈ ਸਟੇਟ ਆਫ ਬੀਇੰਗ ਅ ਟੀਚਰ ਵਿਲ ਬੀ ਇਨ ਫਿਊਚਰ, ਰਾਈਟ। ਇੱਕ ਵਾਰੀ ਫੇਰ ਕਲੀਅਰ ਕਰੂੰਗੀ ਬੇਟੇ ਇਸੇ ਪੁਆਇੰਟ ਨੂੰ। ਦੇਖੋ ਆਪਾਂ ਕਹਿ ਰਹੇ ਹਾਂਗੇ ਸਟੇਟ ਆਫ ਬੀਇੰਗ। ਹੁਣ ਸਟੇਟ ਆਫ ਬੀਇੰਗ ਦਾ ਮਤਲਬ ਕੀ ਹੈ? ਹੋਂਦ। ਉਹ ਹੋਂਦ ਆਪਣੀ ਕਿਸੇ ਵੀ ਚੀਜ਼ ਦਾ ਹੋਣਾ। ਚਲੋ ਅੱਗੇ ਬਿਲਕੁਲ ਹੋਰ ਸਿੰਪਲ ਦੇ ਨਾਲ, ਆਈ ਐਮ ਰਾਈਟਿੰਗ, ਠੀਕ ਹੈ। ਹੁਣ ਇੱਥੇ ਜਿਹੜਾ ਐਕਸ਼ਨ ਹੈ, ਐਕਸ਼ਨ ਦੀ ਹੋਂਦ ਕਿੱਥੇ ਹੈਗੀ? ਆਹ ਵਰਡ ਦੱਸ ਰਿਹਾ ਹੈ, ਆਹ ਵਰਡ ਹੀ ਦੱਸ ਰਿਹਾ ਹੈਗਾ ਕਿ ਐਕਸ਼ਨ ਦੀ ਹੋਂਦ ਕਿੱਥੇ ਹੈ? ਪ੍ਰੈਜ਼ੈਂਟ ਦੇ ਵਿੱਚ ਹੈ। ਜੇ ਪ੍ਰੈਜ਼ੈਂਟ 'ਚ ਤਾਂ ਅਸੀਂ ਐਮ ਲਾਇਆ। ਜੇ ਹੁਣ ਮੈਂ ਇੱਥੇ ਵਰਡ ਚੇਂਜ ਕਰਦਾ ਬੇਟੇ, ਆਈ ਵਾਜ਼ ਰਾਈਟਿੰਗ, ਰਾਈਟਿੰਗ ਉਹੀ ਹੈ, ਪਰ ਇਹ ਜਿਹੜੀ ਰਾਈਟਿੰਗ ਹੈਗੀ ਇਹ ਕੰਮ ਦਾ ਹੋਣਾ ਕਦੋਂ ਹੋਇਆ ਬੇਟੇ? ਪਾਸਟ ਦੇ ਵਿੱਚ, ਰਾਈਟ। ਆਈ ਵਿਲ ਬੀ ਰਾਈਟਿੰਗ, I will be writing, ਤਾਂ ਇੱਥੇ ਉਹੀ ਕੰਮ ਦਾ ਹੋਣਾ ਹੈਗਾ, ਠੀਕ ਹੈ। ਇੱਕ ਤਾਂ ਦੇਖੋ ਕੰਮ ਹੈ, ਕੰਮ ਦਾ ਹੋਂਦ, ਕੰਮ ਦੀ ਹੋਂਦ ਕੀ ਹੈ ਬੇਟਾ? ਫਿਊਚਰ ਦੇ ਵਿੱਚ, ਰਾਈਟ। ਦੇਖੋ ਬੇਟੇ ਫਿਰ ਇੱਕ ਵਾਰੀ ਬਸ ਮੇਰਾ ਮਤਲਬ ਇਹ ਹੁੰਦਾ ਹੈਗਾ ਬੇਟੇ, ਆਈ ਵਾਂਟ ਟੂ ਮੇਕ ਮਾਈ ਲੈਸਨਸ ਮੋਸਟ ਈਜ਼ੀ ਐਂਡ ਆਈ ਵਾਂਟ ਟੂ ਡਿਲੀਵਰ ਮਾਈ ਲੈਸਨ ਟੂ ਯੂ ਇਨ ਦ ਮੋਸਟ ਸਿੰਪਲ ਵੇ, ਜਿਹੜਾ ਤੁਹਾਨੂੰ ਸਮਝ ਦੇ ਵਿੱਚ ਆ ਜੇ। ਆਪਾਂ ਗੱਲ ਕਰ ਰਹੇ ਹਾਂ ਬੇਟੇ ਵਰਬ। ਵਰਬ ਕੀ ਹੈ ਬੇਟੇ? ਐਕਸ਼ਨ। ਵਰਬ ਕੀ ਹੈਗਾ? ਸਟੇਟ ਆਫ ਬੀਇੰਗ। ਹੁਣ ਇੱਕ ਫਨੀ ਗੱਲ ਦੱਸਦੀ ਹਾਂ ਬੇਟੇ, ਇੱਥੇ ਹੀ ਕੰਪਲੀਟ ਨਹੀਂ ਹੁੰਦਾ। ਵਰਬ ਇੱਕ ਬਹੁਤ ਵਾਸਟ ਲੈਸਨ ਹੈਗਾ ਬੇਟੇ। ਫਾਈਨਾਈਟ ਇਨਫਾਈਨਾਈਟ ਵਰਬਸ ਆਉਂਦੀਆਂ ਨੇ, ਟ੍ਰਾਂਜ਼ਿਟਿਵ ਇਨਟ੍ਰਾਂਜ਼ਿਟਿਵ ਵਰਬਸ ਆਉਂਦੀਆਂ ਨੇਗੀਆਂ, ਠੀਕ ਹੈ। ਫਿਰ ਵਰਬ ਦੀਆਂ ਪ੍ਰੈਜ਼ੈਂਟ, ਪਾਸਟ, ਪਾਸਟ ਪਾਰਟੀਸੀਪਲ ਤੇ ਪ੍ਰੈਜ਼ੈਂਟ ਪਾਰਟੀਸੀਪਲ ਫਾਰਮਸ ਆ ਜਾਂਦੀਆਂ ਨੇਗੀਆਂ। ਸੋ ਵਰਬ ਇੱਕ ਬਹੁਤ ਵਾਸਟ ਸਬਜੈਕਟ ਹੈਗਾ ਬੇਟੇ, ਕਾਫੀ ਵਾਸਟ ਟੌਪਿਕ ਹੈਗਾ, ਸੌਰੀ। ਤੇ ਆਪਾਂ ਗੱਲ ਸਿਰਫ ਵਰਬ ਦੀ ਇੰਨੀ ਕਰ ਰਹੇ ਹਾਂ ਅੱਜ ਬੇਟੇ ਕਿ ਵਰਬ ਕੀ ਹੈ? ਵਰਬ ਹੈਗਾ ਕੰਮ ਜਾਂ ਕਿਸੇ ਵੀ ਚੀਜ਼ ਦੀ ਹੋਂਦ ਦਾ ਅਹਿਸਾਸ। ਅਹਿਸਾਸ ਵਰਡ ਮੈਂ ਇੱਦਾਂ ਹੀ ਲਿਖ ਲਿਆ ਬੇਟੇ, ਆਈ ਥਿੰਕ ਅਹਿਸਾਸ ਸਟੇਟ ਦੇ ਲਈ ਪ੍ਰੋਪਰ ਨਹੀਂ ਹੈ, ਬਟ ਆਪਾਂ ਸਿਰਫ ਤੁਹਾਨੂੰ ਸਮਝ ਆਉਣਾ ਚਾਹੀਦਾ ਹੈਗਾ ਕਿ ਕੋਈ ਚੀਜ਼ ਦੀ ਹੋਂਦ ਕਦੋਂ ਹੈ। ਆਈ ਐਮ ਅ ਸਮਾਰਟ ਸਟੂਡੈਂਟ, ਆਈ ਐਮ ਅ ਸਮਾਰਟ ਸਟੂਡੈਂਟ। ਔਰ ਇੱਦਾਂ ਦੇ ਵਰਡਸ ਹਮੇਸ਼ਾ ਬੋਲਦੇ ਰਿਹਾ ਕਰੋ ਆਪਦੇ ਆਪ ਨੂੰ, ਮੋਟੀਵੇਸ਼ਨ ਮਿਲਦਾ ਹੈਗਾ, ਠੀਕ ਹੈ। ਆਮ ਅ ਸਮਾਰਟ ਸਟੂਡੈਂਟ, ਆਮ ਓਨੈਸਟ ਸਟੂਡੈਂਟ, ਆਮ ਵੈਰੀ ਹਾਰਡ ਵਰਕਿੰਗ, ਆਈ ਲਵ ਮਾਈ ਸਕੂਲ, ਆਈ ਲਵ ਟੂ ਸਟੱਡੀ। ਇੱਦਾਂ ਦੇ ਸੈਂਟੈਂਸਸ ਸਿੰਪਲ ਬੋਲਦੇ ਰਿਹਾ ਕਰੋ ਕੰਟੀਨਿਊਸਲੀ। ਇਟ ਮੋਟੀਵੇਟਸ ਯੂ, ਇਹ ਤੁਹਾਡਾ ਮੋਟੀਵੇਸ਼ਨ ਹੈ। ਕਿਉਂਕਿ ਆਪਾਂ ਬੇਟੇ ਥੋੜ੍ਹਾ ਜਿਹਾ ਇਹ ਕੰਮ ਕਰ ਲਈਏ, ਫਿਰ ਆਪਾਂ ਮੋਟੀਵੇਸ਼ਨ ਦੇ ਲੈਕਚਰ ਵੀ ਲਾਇਆ ਕਰਾਂਗੇ। ਆਪਾਂ ਉਹ ਵੀ ਲੈਸਨਸ ਬਹੁਤ ਜ਼ਰੂਰੀ ਨੇਗੇ ਬੇਟੇ ਇਸ ਟਾਈਮ ਸਟੂਡੈਂਟਸ ਦੇ ਲਈ। ਚਲੋ ਹੁਣ ਮੈਂ ਲਿਖਿਆ ਬੇਟੇ ਆਈ ਐਮ ਅ ਸਮਾਰਟ ਸਟੂਡੈਂਟ, ਓਕੇ। ਇਹਦਾ ਮਤਲਬ ਸਮਾਰਟ ਸਟੂਡੈਂਟ ਮੈਂ ਹੈਗਾ, ਪਰ ਕਦੋਂ ਆਂਗਾ ਬੇਟੇ? ਜਦੋਂ ਇਹ ਪ੍ਰੈਜ਼ੈਂਟ ਦੀ ਗੱਲ ਹੋ ਰਹੀ ਹੈ। ਇਹਦੀ ਥਾਂ ਤੇ ਮੈਂ ਇਹ ਵੀ ਤਾਂ ਕਹਿ ਸਕਦਾ ਨਾ ਕਿ ਆਈ ਵਾਜ਼ ਅ ਸਮਾਰਟ ਸਟੂਡੈਂਟ, ਮੈਂ ਇਹ ਵੀ ਤਾਂ ਕਹਿ ਸਕਦਾ। ਇਹਦਾ ਮਤਲਬ ਕੀ ਹੋਇਆ ਕਿ ਸਮਾਰਟ ਸਟੂਡੈਂਟ ਦੀ ਹੋਂਦ ਕਦੋਂ ਸੀਗੀ? ਪਾਸਟ ਦੇ ਵਿੱਚ, ਕਲੀਅਰ। ਹੁਣ ਜਦੋਂ ਬੇਟੇ ਆਪਾਂ ਨੂੰ ਇਹ ਕਲੀਅਰ ਹੋ ਗਿਆ ਕਿ ਵਰਬ ਦੋ ਗੱਲਾਂ ਕਰਦਾ, ਇੱਕ ਤਾਂ ਉਹ ਗੱਲ ਕਰਦਾ ਹੈਗਾ ਐਕਸ਼ਨ ਦੀ, ਇੱਕ ਉਹ ਗੱਲ ਕਰਦਾ ਹੈਗਾ ਸਟੇਟ ਆਫ ਬੀਇੰਗ ਦੀ। ਤਾਂ ਇੱਥੋਂ ਓਰੀਜਨ ਹੁੰਦਾ ਹੈਗਾ ਬੇਟੇ, ਜਿਹੜੀ ਸਟੇਟ ਆਫ ਬੀਇੰਗ ਹੈ ਉਹਦੇ ਲਈ ਅਸੀਂ ਸਿੰਪਲੀ ਵਰਡ ਯੂਜ਼ ਕਰਦੇ ਹਾਂਗੇ ਹੈਲਪਿੰਗ ਵਰਬ। ਤਾਂ ਇੱਥੋਂ ਆਪਾਂ ਸਿੰਪਲੀ ਇਹ ਕਹਿ ਸਕਦੇ ਹਾਂ ਕਿ ਇੱਕ ਤਾਂ ਵਰਬ ਹੈਗਾ ਹੈਲਪਿੰਗ ਵਰਬ, ਔਰ ਦੂਸਰਾ ਵਰਬ ਕਿਹੜਾ ਹੈਗਾ ਬੇਟੇ? ਮੇਨ ਵਰਬ, ਓਕੇ। ਆਈ ਹੋਪ ਤੁਸੀਂ ਆਹ ਵਰਡ ਤਾਂ ਜ਼ਰੂਰ ਹੀ ਜਾਣਦੇ ਹੋਵੋਗੇ, ਹੈਲਪਿੰਗ ਵਰਬ ਐਂਡ ਮੇਨ ਵਰਬ। ਤਾਂ ਵਰਬ ਦੇ ਬੇਟੇ ਦੋ ਪਾਰਟਸ ਹੋ ਗਏ, ਇੱਕ ਤਾਂ ਹੈਗਾ ਹੈਲਪਿੰਗ ਵਰਬ, ਠੀਕ ਹੈ, ਦੂਸਰਾ ਹੈਗਾ ਬੇਟੇ ਮੇਨ ਵਰਬ।
ਮੇਨ ਵਰਬ ਕਿਹੜਾ ਹੈਗਾ? that tells the action. ਹੈਲਪਿੰਗ ਵਰਬ ਕਿਹੜਾ ਹੈ ਬੇਟੇ? that tells the state of being. ਗੱਲ ਘੁੰਮ ਕੇ ਫੇਰ ਉੱਥੇ ਹੀ ਆ ਗਈ ਜਿੱਥੋਂ ਆਪਾਂ ਸ਼ੁਰੂ ਕੀਤੀ ਸੀ। ਮੈਂ ਤੁਹਾਨੂੰ ਦੱਸਿਆ ਕਿ ਵਰਬ ਕਿੰਨੇ ਨੇਗੇ? ਇੱਕ ਐਕਸ਼ਨ ਹੁੰਦਾ, ਇੱਕ ਸਟੇਟ ਆਫ ਬੀਇੰਗ ਹੁੰਦਾ। ਗ੍ਰਾਮਰ ਦੇ ਵਿੱਚ ਅਸੀਂ ਇਹਨੂੰ ਕਹਿੰਦੇ ਆ ਹੈਲਪਿੰਗ ਵਰਬ ਤੇ ਐਕਸ਼ਨ ਵਰਬ ਨੂੰ ਅਸੀਂ ਕਹਿੰਦੇ ਆਂਗੇ ਮੇਨ ਵਰਬ। ਅਗੇਨ verb two types, ਠੀਕ ਹੈ? helping verb and main verb। ਹੁਣ main verb ਕੀ ਹੈ ਬੇਟੇ? actual action। actual action ਕੀ ਹੈ? what I'm doing right now, I write, I listen, I read, I play, I sing, I cry, I laugh। ਤਾਂ ਇਹ ਸਾਰੇ ਕੀ ਹੋ ਗਏ ਬੇਟੇ? ਡਿਫਰੈਂਟ ਐਕਸ਼ਨਸ। ਹੱਸਣਾ, ਖੇਡਣਾ, ਰੋਣਾ, ਨੱਚਣਾ, ਟੱਪਣਾ, ਬੈਠਣਾ, ਖੜਨਾ, ਆਲ ਥੀਸ ਆਰ ਬੇਟੇ ਐਕਸ਼ਨ ਵਰਡਸ। ਇਹ ਸਾਰੀਆਂ ਕਿਰਿਆਵਾਂ ਨੇ। ਮੁੱਖ ਜਿਹੜਾ ਕੰਮ ਹੈਗਾ ਉਹ ਇਹ ਹੁੰਦਾ ਹੈ। ਹੈਲਪਿੰਗ ਵਰਬ ਨੇ ਕੀ ਦੱਸਣਾ ਹੈਗਾ ਬੇਟੇ? ਸਟੇਟ ਆਫ ਬੀਇੰਗ। ਹੁਣ ਸਟੇਟ ਆਫ ਬੀਇੰਗ ਦੇ ਵਿੱਚ ਕੀ ਆ ਜਾਂਦਾ ਬੇਟੇ? 3 ਸਟੇਟਸ ਹੋ ਸਕਦੀਆਂ ਨੇਗੀਆਂ, ਰਾਈਟ? ਇੱਕ ਤਾਂ ਪ੍ਰੈਜ਼ੈਂਟ ਸਟੇਟ ਹੈ ਜਿਹਦੇ ਲਈ ਵਰਡਸ ਨੇਗੇ is, am, are, ਠੀਕ ਹੈ? ਇੱਕ ਪਾਸਟ ਸਟੇਜ ਹੁੰਦੀ ਹੈ ਜਿਹਦੇ ਲਈ ਵਰਡਸ ਹੈਗੇ ਨੇਗੇ was ਤੇ were। ਇੱਕ ਬੇਟੇ ਫਿਊਚਰ ਹੈ ਜਿਹਦੇ ਲਈ ਵਰਡਸ ਨੇ ਆਪਣੇ ਕੋਲੇ will and shall। ਆਈ ਹੋਪ ਇੱਥੇ ਤੱਕ ਆ ਕੇ ਹੁਣ ਲੈਸਨ ਬਿਲਕੁਲ ਕਲੀਅਰ ਹੋ ਗਿਆ ਹੋਏਗਾ ਤੁਹਾਨੂੰ ਬੇਟੇ। ਇੱਥੇ ਤੱਕ ਆ ਕੇ ਬਿਲਕੁਲ ਸਮਝ ਆ ਗਈ ਹੋਊਗੀ, ਠੀਕ ਹੈ? ਹੁਣ ਹੈਲਪਿੰਗ ਵਰਬਸ ਦੇ ਲਈ ਹੋਰ ਵੀ ਵਰਡਸ ਹੈਗੇ ਨੇ ਬੇਟੇ। ਹੈਜ਼ ਹੈ, ਹੈਵ ਹੈ, ਰਾਈਟ? ਜੇ ਹੈਡ ਹੈ ਪਾਸਟ ਹੈ, ਫਿਊਚਰ ਹੈ ਤਾਂ ਵਿਲ ਹੈਵ ਹੈ। ਹੁਣ ਜਦੋਂ ਮੈਂ ਹਮੇਸ਼ਾ ਦੇਖਿਆ ਬੇਟੀ ਕਲਾਸ ਦੇ ਵਿੱਚ, ਜਦੋਂ ਮੈਂ ਇਸ ਚੀਜ਼ ਦੇ ਉੱਪਰ ਆਉਂਦੀ ਹਾਂ ਨਾ, ਇਜ਼, ਐਮ, ਆਰ, ਵਾਜ਼, ਵਰ, ਵਿਲ, ਸ਼ੈਲ, ਓਕੇ ਫਾਈਨ। ਜਦੋਂ ਮੈਂ ਹੈਜ਼, ਹੈਵ ਦੀ ਗੱਲ ਕਰਦੀ ਹਾਂ ਨਾ, ਇੱਥੇ ਆ ਕੇ ਥੋੜ੍ਹਾ ਜਿਹਾ ਸਟੂਡੈਂਟਸ ਫੇਰ ਲੱਗਦੇ ਨੇ, ਓਹੋ ਇਹ ਕੀ ਸਟਾਰਟ ਕਰ ਲਿਆ ਮੈਮ ਨੇ, ਰਾਈਟ? ਮੈਨੂੰ ਪਤਾ ਹੈ ਬੇਟੇ, I'm in this profession for last more than 15 years, ਠੀਕ ਹੈ? ਸੋ I know ਕਿ whenever I have a grammar class ਤਾਂ ਬੱਚਿਆਂ ਨੂੰ ਲੱਗਦਾ ਹੈਗਾ ਕਿ ਉਹ ਬੜੇ ਐਕਟਿਵਲੀ ਬੈਠਦੇ ਨੇਗੇ। ਓਕੇ ਵੀ ਆਰ ਗੋਇੰਗ ਟੂ ਸਟਾਰਟ ਗ੍ਰਾਮਰ, ਚਾਹੇ ਉਹ ਟੈਂਸ ਹੈ, ਚਾਹੇ ਐਨੀ ਪਾਰਟ ਹੈ ਨਾ, ਕੋਈ ਵੀ ਹੈ, ਕੋਈ ਵੀ ਟੌਪਿਕ ਹੈਗਾ। ਬਟ ਜਿਵੇਂ ਹੀ ਬਸ ਥੋੜ੍ਹੇ ਜਿਹੇ ਤੋਂ ਬਾਅਦ ਮੈਂ ਅੱਗੇ ਜਾਂਦੀ ਹਾਂ ਤਾਂ ਉੱਥੇ ਬੱਚਿਆਂ ਦਾ ਸਵਿਚ ਆਫ ਹੋ ਜਾਂਦਾ ਹੈਗਾ ਅਤੇ ਬਸ ਉਹਨਾਂ ਨੂੰ ਲੱਗਦਾ ਹੈਗਾ ਕਿ ਛੱਡੋ ਬਸ, ਗ੍ਰਾਮਰ ਤਾਂ ਗ੍ਰਾਮਰ ਹੈ, ਗ੍ਰਾਮਰ ਤਾਂ ਸਮਝ ਨਹੀਂ ਆਉਣੀ ਹੈਗੀ। ਦਿਸ ਇਜ਼ ਨਾਟ ਦਾ ਕੇਸ। ਇਟ ਇਜ਼ ਹੁਣ ਤਾਂ ਇਹ ਸੋਚ ਲਓ ਕਿ ਮੇਰਾ ਤਾਂ ਇੱਕ ਤਰੀਕੇ ਦਾ ਟਾਰਗੇਟ ਹੀ ਇਹ ਬਣ ਚੁੱਕਿਆ ਹੈਗਾ ਕਿ ਮੈਕਸਿਮਮ ਸਟੂਡੈਂਟਸ ਦੇ ਸ਼ੁੱਡ ਹੈਵ the deep and basic knowledge of the grammar। ਉਹਨਾਂ ਨੂੰ ਕਲੀਅਰਲੀ ਪਤਾ ਹੋਵੇ ਕਿ ਕੀ ਹੈ। ਚਲੋ ਇੱਥੋਂ ਹੀ ਸਟਾਰਟ ਕਰਦੇ ਆਂਗੇ ਬੇਟੇ। ਦੇਖੋ ਆਪਾਂ ਦੱਸਿਆ, ਦੇਖੋ ਵਰਬ ਦਾ ਆਈ ਥਿੰਕ ਇੱਕ ਪਾਰਟ ਤੁਹਾਨੂੰ ਕਲੀਅਰ ਹੋ ਗਿਆ, ਐਕਸ਼ਨ। ਉਹ ਕਲੀਅਰ ਹੋ ਗਿਆ, ਉਹ ਬੜਾ ਸੌਖਾ ਹੈ। ਐਕਸ਼ਨ ਕੀ ਹੈਗਾ ਬੇਟੇ? ਕੋਈ ਵੀ ਕੰਮ ਕਿਹੜੇ ਨੇਗੇ? ਡਾਂਸ, ਨੱਚਣਾ, ਠੀਕ ਹੈ? ਪਲੇ, ਖੇਡਣਾ, ਠੀਕ ਹੈ? ਲਾਫ, ਹੱਸਣਾ, ਜਿੰਨੇ ਵੀ ਆਪਾਂ ਕੰਮ ਕਰਦੇ ਆਂਗੇ, ਠੀਕ ਹੈ? ਸਿਟ, ਸਟੈਂਡ, ਖਾਣਾ ਬਣਾਉਣਾ, ਕੁੱਕ, ਲਿਖਣਾ, ਰਾਈਟ? ਐਨੀ ਐਂਡਲੈਸ, ਇਹਦਾ ਕੋਈ ਐਂਡ ਨਹੀਂ ਹੈਗਾ, ਠੀਕ ਹੈ? ਦੁਨੀਆ ਜਹਾਨ ਦੇ ਜਿੰਨੇ ਵੀ ਕੰਮ ਹੈਗੇ ਨੇਗੇ ਸਾਰੇ ਉਹ ਐਕਸ਼ਨ ਵਰਡਸ ਨੇ। ਆਪਾਂ ਗੱਲ ਕਰਨੀ ਹੈਗੀ ਬੇਟੇ ਹੈਲਪਿੰਗ ਵਰਬ ਦੀ। ਦੈਟ ਇਜ਼ ਆ ਮੈਂਡੇਟਰੀ ਪਾਰਟ, ਜਿਹਦੇ ਬਿਨਾਂ ਆਪਾਂ ਨਾ ਤਾਂ ਫਿਰ ਅੱਗੇ ਟੈਂਸਿਸ ਕਰ ਸਕਦੇ ਹਾਂ, ਨਾ ਨਰੇਸ਼ਨ ਕਰ ਸਕਦੇ ਹਾਂ, ਨਾ ਵੌਇਸ ਕਰ ਸਕਦੇ ਹਾਂਗੇ। ਸੋ ਇਹ ਸਭ ਤੋਂ ਪਹਿਲਾਂ ਸਮਝਣੀ ਜ਼ਰੂਰੀ ਹੈਗੀ। ਹੁਣ ਇੱਕ ਛੋਟੀ ਜਿਹੀ ਗੱਲ ਹੋਰ ਦੱਸਦਾ, ਪਰ ਮਾਡਲ ਵਰਬ ਵੀ ਹੁੰਦੇ ਨੇਗੇ, ਉਹ ਆਪਾਂ ਮਾਡਲਸ ਦਾ ਜਦੋਂ ਕਰਾਂਗੇ ਨਾ ਟੌਪਿਕ ਉਦੋਂ ਕਰਵਾਉਂਗੀ ਬੇਟੇ। ਤਾਂ ਵਰਬ, ਹੈਲਪਿੰਗ ਵਰਬ ਜਿਹਨੂੰ ਆਗਜ਼ੀਲਰੀ ਵਰਬ ਵੀ ਕਹਿੰਦੇ ਨੇਗੇ, ਮੇਨ ਵਰਬ ਐਂਡ ਮਾਡਲ ਵਰਬ। ਬਟ ਇੱਥੇ ਤੁਹਾਨੂੰ ਕਨਫਿਊਜ਼ ਨਹੀਂ ਕਰਨਾ ਮਾਡਲ ਵਰਬ ਦੇ ਵਿੱਚ, ਵੀ ਆਰ ਜਸਟ ਟਾਕਿੰਗ ਅਬਾਊਟ ਦ ਹੈਲਪਿੰਗ ਵਰਬ। ਤਾਂ ਹੈਲਪਿੰਗ ਵਰਬ ਜਿਹੜਾ ਹੈਗਾ ਬੇਟੇ, ਆਪਾਂ ਦੱਸਦਾ ਕਿ ਸਟੇਟ ਆਫ ਬੀਇੰਗ, ਕਿਸੇ ਵੀ ਚੀਜ਼ ਦੀ ਹੋਂਦ। ਹੁਣ ਕਿਸੇ ਵੀ ਚੀਜ਼ ਦੀ ਹੋਂਦ 3 ਤਰੀਕਿਆਂ ਨਾਲ ਹੋ ਸਕਦੀ ਹੈ ਬੇਟੇ। ਜਾਂ ਤਾਂ ਉਹ ਚੀਜ਼ ਪ੍ਰੈਜ਼ੈਂਟ ਦੇ ਵਿੱਚ ਹੋ ਸਕਦੀ ਹੈ, ਜਾਂ ਉਹ ਚੀਜ਼ ਪਾਸਟ ਦੇ ਵਿੱਚ ਹੋਏਗੀ, ਜਾਂ ਉਹ ਚੀਜ਼ ਫਿਊਚਰ 'ਚ ਹੋਏਗੀ। ਕਿਸੇ ਵੀ ਚੀਜ਼ ਦੀ ਹੋਂਦ, ਠੀਕ ਹੈ? ਆਪਾਂ ਕੋਈ ਵੀ ਕਹਿੰਦੇ ਆਂਗੇ, ਮੈਂ ਪਾਣੀ ਪੀਤਾ, ਮੈਂ ਪਾਣੀ ਪੀਵਾਂਗਾ, ਮੈਂ ਪਾਣੀ ਪੀ ਰਿਹਾ, ਠੀਕ ਹੈ? ਤਾਂ ਜ਼ਿਆਦਾ ਕੋਈ ਵੀ ਚੀਜ਼ ਹੈ, ਐਨੀਥਿੰਗ, ਉਹ ਸਿਰਫ 3 ਚੀਜ਼ਾਂ ਦੇ ਵਿੱਚ ਹੀ ਹੋ ਸਕਦੀ ਹੈ। ਜਾਂ ਉਹਦੀ ਹੋਂਦ ਪ੍ਰੈਜ਼ੈਂਟ ਹੈ, ਜਾਂ
ਪਾਸਟ ਦੇ ਵਿੱਚ ਹੈ ਜਾਂ ਫਿਊਚਰ ਦੇ ਵਿੱਚ ਹੈ। ਤਾਂ ਪ੍ਰੈਜ਼ੈਂਟ ਦੇ ਲਈ ਬੇਟੇ ਵੀ ਯੂਜ਼ is, am, are, has and have। ਪਾਸਟ ਦੇ ਲਈ ਵੀ ਯੂਜ਼ ਬੇਟੇ was, were and had। ਫਿਊਚਰ ਦੇ ਲਈ ਵੀ ਯੂਜ਼ ਬੇਟਾ will be, shall be, will have and shall have। ਠੀਕ ਹੈ। ਤਾਂ this is ਆ ਜਿਹੜਾ ਬਾਕਸ ਹੈਗਾ ਬੇਟੀ ਤੁਹਾਡੀਆਂ ਪ੍ਰੈਜ਼ੈਂਟ ਪਾਸਟ ਤੇ ਫਿਊਚਰ ਇਹ ਸਾਰੀਆਂ ਦੀਆਂ ਸਾਰੀਆਂ ਆਪਾਂ ਇਹ ਕਹੀਏ ਕਿ ਹੈਲਪਿੰਗ ਵਰਬਸ ਇੱਥੇ ਆਪਣੀਆਂ ਕੰਪਲੀਟ ਹੋ ਜਾਂਦੀਆਂ ਨੇ। ਲੈਟ ਅਸ ਮੂਵ ਟੂ ਦ ਐਗਜ਼ਾਮਪਲਸ। ਹੁਣ ਮੈਂ ਸਿਰਫ ਤੁਹਾਨੂੰ ਜਿਹੜੀ ਆਪਣੀ ਹੈਲਪਿੰਗ ਵਰਬ ਹੈ ਆਪਾਂ ਸਿਰਫ ਉਹਦੀਆਂ ਐਗਜ਼ਾਮਪਲਸ ਕਰਾਂਗੇ। ਦੇਖੋ ਬੇਟੇ I am smart, I was smart। ਹੁਣ ਮੈਂ ਸਮਾਰਟ ਵਰਡ ਕਿਉਂ ਲਿਖਿਆ ਹੈਗਾ ਬੇਟੇ ਆਈ ਸਿੰਪਲੀ ਵਾਂਟ ਕਿ ਤੁਸੀਂ ਸਾਰੇ ਆਪਣੇ ਆਪ ਨੂੰ ਫੀਲ ਕਰੋਗੇ ਦੈਟ ਯੂ ਆਰ ਸਮਾਰਟ। ਠੀਕ ਹੈ। ਆਈ ਸ਼ੈਲ ਬੀ ਸਮਾਰਟ। ਹੁਣ ਮੈਂ ਸਮਾਰਟ ਹਾਂ ਇਟ ਮੀਨਸ ਵੀ ਆਰ ਟਾਕਿੰਗ ਅਬਾਊਟ ਦ ਸਟੇਟ ਕਿਹੜੀ ਹੈ ਬੇਟੇ ਪ੍ਰੈਜ਼ੈਂਟ ਹੈ। ਸਮਾਰਟ ਹੋਣ ਦੀ ਸਟੇਟ ਕੀ ਹੈ ਪ੍ਰੈਜ਼ੈਂਟ। ਇੱਥੇ ਬੇਟੇ ਵਾਸ ਦੇ ਵਿੱਚ ਕੀ ਹੈ ਪਾਸਟ ਕਿਹੜੀ ਸਟੇਟ ਵਿਲ ਬੀ ਜਾਂ ਸ਼ੈਲ ਬੀ ਰਾਈਟ ਯੂ ਕੈਨ ਰਾਈਟ ਵਿਲ ਬੀ ਜ਼ਿਆਦਾ ਸੌਖਾ ਹੈਗਾ। ਠੀਕ ਹੈ ਬਿਕਾਜ਼ ਆਈ ਰੇਅਰਲੀ ਯੂਜ਼ ਸ਼ੈਲ ਬੀ। ਮੈਂ ਸ਼ੈਲ ਨੂੰ ਸਿਰਫ ਮਾਡਲ ਵਰਬ ਦੇ ਵਿੱਚ ਯੂਜ਼ ਕਰਦੀ ਹਾਂ। ਵਿਲ ਬੀ ਕਿਉਂਕਿ ਸਪੋਕਨ ਦੇ ਵਿੱਚ ਵੀ ਵਿਲ ਬੀ ਹੀ ਆਏਗਾ ਬੇਟੇ। ਆਈ ਵਿਲ ਬੀ ਸਮਾਰਟ ਜਾਂ ਸ਼ੈਲ ਬੀ ਸਮਾਰਟ ਸੋ ਵੀ ਆਰ ਟਾਕਿੰਗ ਅਬਾਊਟ ਦ ਫਿਊਚਰ ਰਾਈਟ। ਤਾਂ ਸਮਾਰਟ ਹੋਣਾ ਆਈ ਵਿਲ ਬੀ ਮੈਂ ਹਜੇ ਹੋਵਾਂਗਾ ਹੁਣ ਨਹੀਂ ਹੈਗਾ। ਮੇਰੀ ਹੋਂਦ ਕੀ ਹੈ ਬੇਟੇ ਸਮਾਰਟ ਹੋਣ ਦਾ ਜਿਹੜੀ ਟਾਈਮ ਹੈ ਉਹ ਕੀ ਹੈਗਾ ਅੱਗੇ ਆਉਣਾ ਹੈਗਾ ਰਾਈਟ। ਆਈ ਹੈਵ ਅ ਕਾਰ ਮੇਰੇ ਕੋਲੇ ਇੱਕ ਕਾਰ ਹੈ ਇਟ ਮੀਨਸ ਵੀ ਆਰ ਟਾਕਿੰਗ ਅਬਾਊਟ ਪ੍ਰੈਜ਼ੈਂਟ। ਆਈ ਹੈਡ ਅ ਕਾਰ ਮੇਰੇ ਕੋਲੇ ਇੱਕ ਕਾਰ ਸੀ ਇਟ ਮੀਨਸ ਵੀ ਆਰ ਟਾਕਿੰਗ ਅਬਾਊਟ ਦ ਪਾਸਟ। ਆਈ ਵਿਲ ਹੈਵ ਅ ਕਾਰ ਹੁਣ ਇਹਦਾ ਭਾਵ ਕੀ ਹੋਇਆ ਬੇਟੇ ਮੇਰੇ ਕੋਲੇ ਇੱਕ ਕਾਰ ਹੋਵੇਗੀ ਸੋ ਵੀ ਆਰ ਟਾਕਿੰਗ ਅਬਾਊਟ ਦ ਫਿਊਚਰ। ਤਾਂ ਸਟੂਡੈਂਟਸ ਦੇਖੋ ਬੇਟੇ is am are ਰਾਈਟ ਯੂਜ਼ ਹੋ ਗਿਆ am was ਪਾਸਟ ਦੇ ਵਿੱਚ ਤਾਂ have had ਫਿਰ ਜਿਹੜੇ ਆਪਾਂ ਕੀਤੇ ਨੇਗੇ ਉਹ ਪ੍ਰੈਜ਼ੈਂਟ ਤੇ ਪਾਸਟ ਦੇ ਲਈ ਨੇ ਹੋਰ ਕਿਸੇ ਵੀ ਚੀਜ਼ ਦੇ ਲਈ ਨਹੀਂ ਹੈਗੇ। I am a hardworking student. I'm a hardworking student. Right? He is a hardworking boy. ਫਿਰ ਮਾੜਾ ਜਿਹਾ ਪ੍ਰਨਾਉਨ ਨੂੰ ਵੀ ਯਾਦ ਕਰ ਲਈਏ ਬੇਟੇ ਬॉय ਹੈ ਤਾਂ ਹੀ ਹੈ। She is a smart girl. Girl ਹੈ ਤਾਂ she ਪ੍ਰਨਾਉਂਸ ਵੀ ਨਾਲ ਨਾਲ ਚੱਲਣਗੇ ਬੇਟੇ। They are funny boys. ਰਾਈਟ ਤਾਂ ਅਸੀਂ ਜਦੋਂ ਦੇ ਪਲੂਰਲ ਹੋ ਗਿਆ ਨਾ ਪਲੂਰਲ ਦੇ ਨਾਲ ਆਪਾਂ ਕੀ ਲਾਇਆ ਬੇਟੇ ਤਿੰਨੇ ਕਰਵਾਏ ਨੇ ਨਾ is am ਤੇ are। am ਬਿਲਕੁਲ ਰਿਜ਼ਰਵ ਹੈ ਬੇਟੇ am is always used with I ਦੇ ਨਾਲ ਹਮੇਸ਼ਾ ਕੀ ਆਏਗਾ ਬੇਟੇ am ਉਹ ਰਿਜ਼ਰਵ ਹੈ ਉਹ ਚੇਂਜ ਨਹੀਂ ਹੋ ਸਕਦਾ ਰਾਈਟ। is ਕਿਹਦੇ ਨਾਲ ਬੇਟੇ with all the singular nouns। are ਬੇਟੇ are with all the plural nouns। boys are playing। We are talking about plural nouns so are ठीक है। the boy we are talking about a single one ਇੱਕੋ ਹੀ boy ਦੀ ਗੱਲ ਕਰ ਰਹੇ ਹਾਂ is playing right। ਇਸੇ ਤਰੀਕੇ ਨਾਲ ਬੇਟੇ was ਦੇ were right was with all the singulars were with all the plurals। I ਦੇ ਨਾਲ was ਕਿਉਂਕਿ ਉੱਥੇ ਤਾਂ ਪ੍ਰੈਜ਼ੈਂਟ ਦੇ ਵਿੱਚ ਤਾਂ am ਹੈ ਨਾ
ਆਈ ਦੇ ਲਈ, ਰਾਈਟ। ਇੱਥੇ ਉੱਥੇ ਤਾਂ ਐਮ, ਇਸ ਤੇ ਆਰ ਤਿੰਨ ਸੀਗੇ, ਇਹ ਹੋ ਗਿਆ ਸੀ ਸਿੰਗੂਲਰ ਲਈ ਤੇ ਇਹ ਹੋ ਗਿਆ ਸੀਗਾ ਪਲੂਰਲ ਦੇ ਲਈ। ਹੁਣ ਇੱਥੇ ਸਿੰਗੂਲਰ ਤੇ ਪਲੂਰਲ ਆਪਣੇ ਕੋਲ ਦੋ ਹੀ ਨੇਗੇ, ਪਾਸਟ ਦੇ ਵਿੱਚ ਵਾਸ ਦੇ ਵਰ ਤਾਂ ਆਈ, ਠੀਕ ਹੈ, ਤੇ ਯੂ ਦੇ ਨਾਲ ਹਮੇਸ਼ਾ ਵਰ, ਬਾਕੀ ਇਹ ਸਿੰਗੂਲਰ ਤੇ ਪਲੂਰਲ ਨਾਉਂਸ ਦੇ ਨਾਲ ਤੇ ਰੂਲ ਹੈ ਹੀ ਹੈ। ਉਸ ਤੋਂ ਬਾਅਦ ਆ ਗਿਆ ਸੀਗਾ ਬੇਟੇ will be and shall be, right? I and we take shall be, elsewhere ਬਾਕੀ ਸਾਰੇ ਕਿਤੇ ਬੇਟੇ will be, ਚਾਹੇ ਨਾउन ਸਿੰਗੂਲਰ ਹੈ, ਚਾਹੇ ਨਾउन ਪਲੂਰਲ ਹੈ, ਚਾਹੇ ਪਰਸਨ ਸੈਕਿੰਡ ਹੈ, ਠੀਕ ਹੈ, ਚਾਹੇ ਪਰਸਨ ਥਰਡ ਹੈ, ਕਿਉਂਕਿ ਪਰਸਨ ਦਾ ਆਪਣਾ ਪਿਛਲਾ ਹੋ ਚੁੱਕਿਆ ਬੇਟਾ। ਅਗਰ ਕਿਸੇ ਨੇ ਮਿਸ ਕੀਤੀ ਹੈ ਪਿਛਲੀ ਵੀਡੀਓ ਤਾਂ ਪਰਸਨਸ ਦੀ ਵੀਡੀਓ ਜ਼ਰੂਰ ਦੇਖ ਲਓ ਬੇਟੇ, ਪਰਸਨਲ ਪ੍ਰੋਨਾਊਨ ਕੀ ਹੁੰਦਾ ਹੈ, ਰਾਈਟ। ਤਾਂ ਨੈਕਸਟ ਸੀਗੇ ਬੇਟੇ ਆਪਣੇ ਹੈਜ਼, ਹੈਵ ਐਂਡ ਹੈਡ। ਤਾਂ ਹੈਜ਼ ਤੇ ਹੈਵ ਬੇਟੇ ਪ੍ਰੈਜ਼ੈਂਟ ਦੇ ਲਈ, ਬਸ ਫਰਕ ਕੀ ਆ ਗਿਆ, ਹੈਜ਼ ਫॉर ਸਿੰਗੂਲਰ ਨਾउन ਤੇ ਹੈਵ ਫॉर plural noun। I ਦੇ ਲਈ ਬੇਟੇ have, right, ਬਾਕੀ he she it ਦੇ ਲਈ, ਠੀਕ ਹੈ, ਮਤਲਬ ਕਿ ਥਰਡ ਪਰਸਨ ਦੇ ਲਈ has ਤੇ ਫਰਸਟ ਤੇ ਸੈਕਿੰਡ ਪਰਸਨ ਦੇ ਲਈ। ਹੁਣ ਇੱਥੇ ਪਰਸਨਸ ਦੀ ਗੱਲ ਬਾਰ-ਬਾਰ ਹੋ ਰਹੀ ਹੈਗੀ, ਸੋ ਅਗਰ ਤੁਸੀਂ ਸਕਿਪ ਕੀਤੀ ਹੈਗੀ ਬੇਟੇ ਲਾਸਟ ਵੀਡੀਓ, ਠੀਕ ਹੈ, ਜੋ ਆਈ ਥਿੰਕ ਮੈਂ ਸੈਟਰਡੇ ਨੂੰ ਪੋਸਟ ਕੀਤੀ ਹੈਗੀ, ਤਾਂ ਉਹਨੂੰ ਜ਼ਰੂਰ ਦੇਖ ਲਓ, ਠੀਕ ਹੈ। had ਜਿਹੜਾ ਹੈ ਬੇਟੇ, had is always past, right? ਹੁਣ ਕੁਝ ਸਟੂਡੈਂਟਸ ਐਦਾਂ ਵੀ ਹੁੰਦੇ ਨੇਗੇ ਮੇਰੇ ਕੋਲੇ ਜਿਹੜੇ ਇਹ ਕਹਿੰਦੇ ਨੇ ਕਿ ਮੈਡਮ ਹੁਣੇ ਤਾਂ ਤੁਸੀਂ ਕਹਿ ਰਹੇ ਹੋ ਕਿ ਵਾਸ ਵਰ ਹੈਗਾ ਪਾਸਟ ਦੇ ਲਈ, ਹੁਣੇ ਤੁਸੀਂ ਕਹਿ ਰਹੇ ਹੋ ਕਿ ਹੈਡ ਹੈ ਪਾਸਟ ਦੇ ਲਈ, ਫਿਰ ਸਾਨੂੰ ਕੀ ਪਤਾ ਲੱਗੂਗਾ ਵੀ ਵਾਸ ਵਰ ਲਾਉਣਾ ਕਿ ਹੈਡ ਲਾਉਣਾ ਹੈਗਾ। ਪ੍ਰੋਬਲਮਸ ਹੈਗੀਆਂ ਨੇ ਬੇਟੇ। ਇਜ਼, ਐਮ, ਆਰ ਤੁਸੀਂ ਕਹਿ ਰਹੇ ਹੋਗੇ ਮੈਡਮ ਕਿ ਪ੍ਰੈਜ਼ੈਂਟ ਦੇ ਲਈ ਯੂਜ਼ ਹੁੰਦਾ ਹੈਗਾ, ਰਾਈਟ। ਫਿਰ ਨਾਲੇ ਤੁਸੀਂ ਕਹੀ ਜਾਂਦੇ ਹੋ ਕਿ ਹੈਜ਼ ਤੇ ਹੈਵ ਪ੍ਰੈਜ਼ੈਂਟ ਦੇ ਲਈ ਯੂਜ਼ ਹੁੰਦਾ ਹੈਗਾ। ਹੁਣ ਸਾਨੂੰ ਕੀ ਪਤਾ ਲੱਗੂਗਾ ਕਿ ਅਸੀਂ ਆਹ ਵਾਲਾ ਪ੍ਰੈਜ਼ੈਂਟ ਲਾਉਣਾ ਹੈ ਕਿ ਆਹ ਵਾਲਾ ਲਾਉਣਾ ਹੈਗਾ। ਸੋ ਸਟੂਡੈਂਟ ਸਟੇ ਟਿਊਨਡ। ਨੈਕਸਟ ਜਿਹੜੀ ਵੀਡੀਓ ਹੈਗੀ ਬੇਟੇ, ਟੁਡੇ ਇਜ਼ ਟਿਊਜ਼ਡੇ, ਨੈਕਸਟ ਵੀਡੀਓ ਤੁਹਾਡੀ ਫਰਾਈਡੇ ਨੂੰ ਹੋਏਗੀ, ਰਾਈਟ। ਤਾਂ ਉਸ ਫਰਾਈਡੇ ਵਾਲੀ ਵੀਡੀਓ ਦੇ ਵਿੱਚ I will make it, sorry, not on Friday, on Thursday। ਇੱਕ ਡੇ ਸਕਿਪ ਕਰਕੇ ਹੀ ਮੈਂ ਵੀਡੀਓ ਬਣਾਉਣੀ ਹੁੰਦੀ ਹੈਗੀ ਬੇਟੇ, ਠੀਕ ਹੈ। ਟੁਡੇ ਇਜ਼ ਟਿਊਜ਼ਡੇ, ਔਨ ਥਰਸਡੇ ਯੂ ਵਿਲ ਗੈਟ ਅ ਵੀਡੀਓ ਜਿਹਦੇ ਵਿੱਚ ਆਪਾਂ ਇਹਨਾਂ ਦੇ ਉੱਪਰ ਹੀ ਇੱਕ ਲੈਸਨ ਹੋਰ ਕਰਾਂਗੇ, ਕਿਉਂਕਿ ਪਹਿਲਾਂ ਹੀ ਕਿਹਾ ਸੀ ਬੇਟੇ ਵਰਬ ਜਿਹੜਾ ਹੈ ਬਹੁਤ ਵਾਸਟ ਟੌਪਿਕ ਹੈਗਾ, ਠੀਕ ਹੈ, ਇੱਕ ਲੈਸਨ ਦੇ ਵਿੱਚ ਇਹ ਨਹੀਂ ਹੋਣਾ ਹੈਗਾ। ਅੱਜ ਦਾ ਰੀਕੈਪ ਬੇਟੇ, ਵਰਬਸ ਆਰ ਆਫ ਟੂ ਟਾਈਪਸ, ਮੇਨ ਵਰਬ and helping verb, right? ਮੈਂ ਆਪਣੇ ਸਟੂਡੈਂਟਸ ਨੂੰ ਹਮੇਸ਼ਾ ਹੈਲਪਿੰਗ ਵਰਬਸ ਦੀ ਨਾ ਇੱਕ ਰਾਈਮ ਬਣਾਈ ਹੋਈ ਹੈਗੀ, ਠੀਕ ਹੈ। is, am, are, was, were, has, have, had, will, shall, ਰਾਈਟ। ਤਾਂ ਮੈਂ ਉਹਨਾਂ ਨੂੰ ਹਮੇਸ਼ਾ ਕਹਿੰਦੀ ਹਾਂਗੀ ਬੇਟੇ ਕਿ ਆਪਣੀਆਂ ਫਿੰਗਰਸ ਦੇ ਉੱਪਰ ਆਓ, ਠੀਕ ਹੈ। ਦੇਖੋ ਮੇਰੀ ਡਰਾਇੰਗ ਕੋਈ ਬਹੁਤੀ ਅੱਛੀ ਨਹੀਂ ਹੈਗੀ, ਓਕੇ, ਈਵਨ ਦੈਨ ਲੈਟ ਮੀ ਟਰਾਈ, ਦਿਸ ਇਜ਼ 1 ਫਿੰਗਰ, 2 ਫਿੰਗਰ, 3 ਫਿੰਗਰ, 4 ਫਿੰਗਰ, ਓਕੇ ਫਾਈਨ ਹੋ ਗਿਆ, ਰਾਈਟ। ਤਾਂ ਮੈਂ ਹਮੇਸ਼ਾ ਸਟੂਡੈਂਟਸ ਨੂੰ ਕਹਿੰਦੀ ਹੁੰਦੀ ਹਾਂ ਕਿ ਤੁਸੀਂ ਇੱਦਾਂ ਸ਼ੁਰੂ ਕਰੋ, is, am, are, was, were, has, have, had, will and shall, ਰਾਈਟ। ਦੇਖੋ is, am, are 3 ਹੋ ਗਏ ਬੇਟੇ, ਇਹ ਯਾਦ ਕਰਨੇ ਈਜ਼ੀ ਨੇਗੇ, ਠੀਕ ਹੈ। was and were, ਫਿਰ has, have, had, ਫਿਰ will and shall। ਜੇ ਮੇਰਾ ਆਈਡੀਆ ਪਸੰਦ ਆਇਆ ਬੇਟੇ ਤਾਂ ਜ਼ਰੂਰ ਯਾਦ ਕਰਿਓ ਹੈਲਪਿੰਗ ਵਰਬਸ, ਕਿਉਂਕਿ ਜਿੰਨਾ ਚਿਰ ਹੈਲਪਿੰਗ ਵਰਬਸ ਸਾਨੂੰ ਕਲੀਅਰ ਨਹੀਂ ਹੈਗੇ ਵੀ ਕਿਹੜੇ ਨੇਗੇ। ਸੋ ਸਟਾਰਟ ਵਿਦ ਮੀ, is, am, are, was, were, has, have, had, will and shall। ਹੈਲਪਿੰਗ ਵਰਬਸ ਦੀ ਜਿਹੜੀ ਹੈ ਬੇਟੇ ਇਹ ਹੋਰ ਵੀ ਹੈਗੇ ਨੇ, ਠੀਕ ਹੈ, ਬਟ ਬੇਸਿਕਸ ਦੀ ਗੱਲ ਕਰ ਰਹੀ ਹਾਂ ਮੈਂ। ਬੇਸਿਕ ਆਪਾਂ ਇੱਥੇ ਤੱਕ ਹੀ ਚੱਲਾਂਗੇ, ਕਿਉਂਕਿ ਵਿਲ ਤੇ ਸ਼ੈਲ ਜਿਹੜਾ ਹੈਗਾ ਇਹ ਵਿਲ ਬੀ, ਸ਼ੈਲ ਬੀ, ਫਿਰ ਵਿਲ ਹੈਵ ਤੇ ਸ਼ੈਲ ਹੈਵ, ਰਾਈਟ। ਸੋ I think that's all for today.